ਸਾਡੇ 1-2% ਸਟੂਡੈਂਟ ਜਦੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਰਦੀ ਆ ਤਾਂ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਜਾਂਦਾ ਇੱਥੋਂ ਤੱਕ ਕਿ ਇੱਥੋਂ ਬਾਏ ਬਰਥ ਸਿਟੀਜ਼ਨ ਜਿਹੜੇ ਹੈਗੇ ਆ ਉਹ ਵੀ ਇਹਨਾਂ ਨੇ ਡਿਪੋਰਟ ਕਰਕੇ ਇੰਡੀਆ ਵਾਪਸ ਭੇਜੇ ਆ। ਹੁਣ ਪੰਜਾਬ ਦੇ ਵਿੱਚ ਅੱਜ ਜਿਹਨੂੰ ਕੋਈ ਪਤਾ ਹੈਗਾ ਜਾਂ ਨਹੀਂ ਹੈਗਾ ਉਹ ਅੱਜ ਪੰਜਾਬ ਦੇ ਵਿੱਚ ਏਜੰਟ ਬਣ ਗਿਆ। ਅੱਜ ਜੇ ਕੋਈ ਜਿਹੜਾ ਇੰਗਲਿਸ਼ ਦੇ ਵਿੱਚ ਜਿਹਦੀ ਕੰਪਾਰਟਮੈਂਟ ਆ ਉਹਨੇ ਆਈਲੈਟ ਸੈਂਟਰ ਖੋਲ੍ਹ ਲਈ, ਠੀਕ ਆ। ਹੁਣ +2 ਕਰਦਾ, +2 ਤੋਂ ਬਾਅਦ ਹਰੇਕ ਬੰਦੇ ਦੀ ਹੁੰਦੀ ਆ। ਪਹਿਲਾਂ ਆਸਟ੍ਰੇਲੀਆ ਦੇ ਵੱਲ ਦੌੜ ਸੀ, ਹੁਣ ਕੈਨੇਡਾ ਦੇ ਵੱਲ ਦੌੜ ਲੱਗੀ ਹੋਈ ਆ। ਜਿਹੜੇ ਸਾਡੇ ਉੱਥੇ ਬੈਠੇ ਲੋਕ ਨੇ ਉਹਨੂੰ ਛੇੜਛਾੜ ਕਰਨ ਤੋਂ ਹਟਦੇ ਨੇ, ਜਿਹਦੇ ਕਰਕੇ 1-2% ਦੀ ਗੱਲ ਸਾਡੀ ਸਾਰੀ ਕਮਿਊਨਿਟੀ ਦੇ ਉੱਤੇ ਧੱਬਾ ਲਾਉਂਦੀ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਲਵਲੀ ਬਹੁਤ-ਬਹੁਤ ਸਵਾਗਤ ਕਰਦਾ। ਦੋਸਤੋ, ਇਸ ਟਾਈਮ ਅਸੀਂ ਖੜ੍ਹੇ ਹਾਂ ਸਰੀ ਦੇ ਵਿੱਚ, ਨਿਊਟਨ ਪਾਰਕ ਦੇ ਵਿੱਚ। ਕੁਛ ਅਹਿਮ ਮੁੱਦੇ, ਅਹਿਮ ਗੱਲਾਂ ਜਿਹੜੀਆਂ ਕੈਨੇਡਾ ਦੇ ਨਾਲ, ਪੰਜਾਬੀਅਤ ਦੇ ਨਾਲ, ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੀਆਂ, ਆਪਾਂ ਉਹਨਾਂ ਖਾਸ ਮੁੱਦਿਆਂ 'ਤੇ, ਖਾਸ ਖਬਰਾਂ 'ਤੇ ਖਾਸ ਗੱਲਬਾਤ ਕਰਨ ਲਈ ਆਪਾਂ ਅੱਜ ਇੱਥੇ ਮੌਜੂਦ ਹੋਏ ਹਾਂ। ਸਾਡੇ ਨਾਲ ETT ਅਧਿਆਪਕ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੀ ਸਿੱਧੂ ਉਹ ਮੌਜੂਦ ਹੈ। ਪਹਿਲਾਂ ਆਪਾਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਿੱਧੂ ਸਾਹਿਬ, ਤੁਹਾਡਾ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਦੇ ਵਿੱਚ ਬਹੁਤ-ਬਹੁਤ ਸਵਾਗਤ। ਧੰਨਵਾਦ ਲਵਲੀ ਜੀ, ਔਰ ਡੇਲੀ ਪੋਸਟ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਕਿ ਆਪਾਂ ਪੰਜਾਬ ਦੀ ਗੱਲ ਇੱਥੇ ਕੈਨੇਡਾ ਦੇ ਵਿੱਚ ਕਰ ਸਕੀਏ, ਪੰਜਾਬੀਆਂ ਦੀ ਗੱਲ ਕਰ ਸਕੀਏ। ਜਿਹੜੇ ਸਾਡੇ ਇੱਥੇ ਵਿਦਿਆਰਥੀ ਆਏ ਨੇ ਉਹਨਾਂ ਦੀ ਆਪਾਂ ਖੁੱਲ੍ਹ ਕੇ ਗੱਲਬਾਤ ਜਿਹੜੀ ਇੱਥੇ ਕਰ ਸਕੀਏ। ਦਰਸ਼ਕੋ, ਕੁਝ ਦਿਨ ਪਹਿਲਾਂ ਇੱਥੇ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਆ। ਪੰਜਾਬ ਤੋਂ ਇੱਕ ਇੰਟਰਨੈਸ਼ਨਲ ਵਿਦਿਆਰਥੀ, ਮੇਰਾ ਛੋਟਾ ਵੀਰ ਸੂਰਜਦੀਪ ਸਿੰਘ, ਜਿਹੜਾ ਕਿ ਟੋਰਾਂਟੋ ਦੀ ਧਰਤੀ ਦੇ ਉੱਤੇ ਬਰੈਂਪਟਨ ਦੇ ਵਿੱਚ ਰਹਿ ਕੇ ਪੜ੍ਹਾਈ ਵੀ ਕਰ ਰਿਹਾ ਸੀ, ਨਾਲ ਕੰਮਕਾਰ ਕਰ ਰਿਹਾ ਸੀ, ਅਤੇ ਉਹਦਾ ਅਣਸੁਖਾਵੀਂ ਘਟਨਾ ਵਾਪਰਨ ਅਨੁਸਾਰ ਜੋ ਕਿ ਮੀਡੀਆ ਦੇ ਵਿੱਚ ਗੱਲ ਆਈ, ਜੋ ਕਿ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਗੱਲ ਦੱਸੀ ਕਿ ਉਹ ਗੁਰਦੁਆਰਾ ਸਾਹਿਬ ਤੋਂ ਪਾਰਕ ਰਾਹੀਂ ਆਪਣੇ ਘਰ ਵਾਪਸ ਆ ਰਿਹਾ ਸੀ ਅਤੇ ਉਹਦੀ ਲੁੱਟ ਖੋਹ ਦੀ ਮਨਸ਼ਾ ਦੇ ਨਾਲ ਉੱਤੇ ਹਮਲਾ ਹੋਇਆ ਅਤੇ ਉਸ ਹਮਲੇ ਦੇ ਵਿੱਚ ਉਹਨੂੰ ਕਤਲ ਕਰ ਦਿੱਤਾ ਗਿਆ। ਉਸ ਕਤਲ ਤੋਂ ਬਾਅਦ ਪੰਜਾਬੀਆਂ ਦੇ ਵਿੱਚ, ਪੰਜਾਬੀਅਤ ਦੇ ਵਿੱਚ, ਸਾਡੇ ਸਾਰੇ ਹੀ ਭਾਈਚਾਰੇ ਦੇ ਵਿੱਚ, ਭਾਵੇਂ ਉਹ PR ਸੀ, ਭਾਵੇਂ ਉਹ ਸਿਟੀਜ਼ਨ ਸੀ, ਭਾਵੇਂ ਉਹ ਵਰਕ ਪਰਮਿਟ 'ਤੇ ਸੀ, ਬਹੁਤ ਹੀ ਇੱਕ ਵੱਡਾ ਦੁੱਖ, ਇੱਕ ਵੱਡਾ ਸਹਿਮ ਜਿਹੜਾ ਸਾਡੇ ਅੰਦਰ ਆਇਆ। ਉਹ ਗੱਲ ਜਿਹੜੀ ਹੈ ਬਈ ਉਹਦਾ ਕਤਲ ਹੋਇਆ, ਉਸ ਤੋਂ ਬਾਅਦ ਜਿਹੜੀਆਂ ਇੱਥੇ ਪੁਲਿਸ ਵੱਲੋਂ ਜਿਹੜੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹ 2 ਵਿਅਕਤੀ ਜਿਹੜੇ ਆ ਉਹ ਪੁਲਿਸ ਨੇ ਬਾਅਦ 'ਚ ਦੱਸਿਆ ਵੀ ਇਹ ਮਾਈਨਰ ਨੇ, ਯਾਨੀ ਕਿ ਉਮਰ ਉਹਨਾਂ ਦੀ 18 ਸਾਲ ਤੋਂ ਘੱਟ ਆ। ਉਮਰ 18 ਸਾਲ ਤੋਂ ਘੱਟ ਹੋਣ ਦੇ ਬਾਵਜੂਦ ਜੋ ਇੱਥੋਂ ਦੇ ਕਾਨੂੰਨ ਆ, ਜੋ ਇੱਥੋਂ ਦੇ ਕਾਇਦੇ ਆ, ਉਸ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਕੋਈ ਵੀ ਉਹਨਾਂ ਦੇ ਉੱਤੇ ਚਾਰਜ ਨਹੀਂ ਲੱਗ ਸਕਦਾ, ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਐਕਸ਼ਨ ਨਹੀਂ ਕੀਤਾ ਜਾ ਸਕਦਾ, ਉਹਨਾਂ ਉੱਤੇ ਕੋਈ ਵੀ ਕੇਸ ਨਹੀਂ ਉਹਨਾਂ ਨੇ ਫਾਈਲ ਕੀਤਾ। ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਸੀ ਵੀ ਜੋ ਵਿਦਿਆਰਥੀ ਜਦੋਂ ਕੋਈ ਵੀ ਕੋਈ ਘਟਨਾ ਕਰਦੇ ਆ ਉਹਨਾਂ ਦਾ ਫਟਾਫਟ ਉੱਥੇ ਐਕਸ਼ਨ ਲਿਆ ਜਾਂਦਾ, ਪਰ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਆ ਜਾਂ ਸਿਟੀਜ਼ਨ ਆ, ਜੇ ਉਹ ਇੱਦਾਂ ਦੀ ਗਲਤੀ ਕਰਦੇ ਆ, ਭਾਵੇਂ ਉਹ ਮਾਈਨਰ ਆ, ਅਤੇ ਉਹਨਾਂ ਦੀ ਜਿਹੜੀ ਆ ਉਹ ਉਹਨਾਂ ਦੀ ਛੋਟ ਦਿੱਤੀ ਜਾਂਦੀ ਆ ਜਾਂ ਉਹਨਾਂ ਨੂੰ ਇੱਕ ਪਾਸੇ ਰੱਖ ਲਿਆ ਜਾਂਦਾ। ਸਾਡੇ ਨਾਲ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਦੂਸਰਾ ਜਿਹੜਾ ਅਹਿਮ ਮੁੱਦਾ ਇਹ ਹੈ ਕਿ ਇੰਟਰਨੈਸ਼ਨਲ ਵਿਦਿਆਰਥੀ ਅੱਜ ਕੱਲ੍ਹ ਇੰਡੀਆ ਤੋਂ ਇੱਥੇ ਆ ਰਹੇ ਆ। ਭਾਵੇਂ ਇੱਥੇ ਕਾਲਜ ਬੰਦ ਆ, ਸਕੂਲ ਬੰਦ ਆ, ਯੂਨੀਵਰਸਿਟੀਆਂ ਬੰਦ ਆ, ਫਿਜ਼ੀਕਲ ਅਟੈਂਡੈਂਸ ਬਿਲਕੁਲ ਨਹੀਂ ਹੋ ਰਹੀ। ਬਸ ਇਹੀ ਆ ਬਈ ਔਨਲਾਈਨ ਕਲਾਸਿਸ ਲਾਓ, ਭਾਵੇਂ ਤੁਸੀਂ ਇੰਡੀਆ 'ਚ ਬੈਠੇ ਹੋ, ਭਾਵੇਂ ਤੁਸੀਂ ਇੱਥੇ ਹੋ। ਪਰ ਉਹਦੇ ਇੱਕ ਇਵਜ਼ ਵਜੋਂ ਕੁਛ ਏਜੰਟਸਾਂ ਨੇ ਆਪਣੀ ਦੁਕਾਨਦਾਰੀ ਬਣਾ ਲਈ ਅਤੇ ਉਹਦੇ ਵਿੱਚ ਕੀ ਉਹ ਸਾਡੇ ਨਾਲ ਧੱਕੇਸ਼ਾਹੀਆਂ ਕਰ ਰਹੇ ਆ, ਕੀ ਸਾਡੇ ਨਾਲ ਉਹ ਆਰਥਿਕ ਜਿਹੜਾ ਸਾਡਾ ਸ਼ੋਸ਼ਣ ਕਰ ਰਹੇ ਆ। ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਆਪਾਂ ਸਰਦਾਰ ਜਸਵਿੰਦਰ ਸਿੰਘ ਸਿੱਧੂ ਹੋਣਾ ਕੋਲ ਲਵਾਂਗੇ ਅਤੇ ਹੋਰ ਜਿਹੜੇ ਪੰਜਾਬ ਦੇ ਅਹਿਮ ਮੁੱਦੇ ਆ ਜਾਂ ਜਿਹੜੇ ਪੰਜਾਬੀਅਤ ਨਾਲ ਸੰਬੰਧਿਤ ਆ ਕੈਨੇਡਾ ਦੇ ਵਿੱਚ, ਇਹਨਾਂ ਸਾਰੀਆਂ ਗੱਲਾਂ ਦੀ ਆਪਾਂ ਗੱਲਬਾਤ ਕਰਾਂਗੇ। ਪ੍ਰਧਾਨ ਜੀ, ਪਹਿਲਾਂ ਤਾਂ ਜਿਹੜਾ ਸੂਰਜਦੀਪ ਸਿੰਘ ਦਾ ਕਤਲ ਹੋਇਆ, ਬੜਾ ਮੁੱਦਾ ਸਾਰੀਆਂ ਅਖਬਾਰਾਂ ਦੇ ਵਿੱਚ, ਸਾਰੇ ਇੱਥੋਂ ਦੇ ਮੀਡੀਆ ਦੇ ਵਿੱਚ, ਭਾਵੇਂ ਉਹ ਕੈਨੇਡਾ ਦਾ ਮੀਡੀਆ ਸੀ, ਨਾਰਥ ਅਮਰੀਕਾ ਦਾ ਮੀਡੀਆ ਸੀ, ਵਰਲਡ ਵਾਈਡ ਉਹ ਖਬਰ ਚੱਲੀ ਆ। ਬੜਾ ਦੁੱਖ ਹੋਇਆ, ਬੜੀ ਮੰਦਭਾਗੀ ਘਟਨਾ ਸੀ। ਤੁਸੀਂ ਸਾਡੇ ਚੈਨਲ ਰਾਹੀਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੋ ਵੀ ਇਹ ਘਟਨਾ ਕਿਵੇਂ ਵਾਪਰੀ ਅਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਅੱਗੇ ਗਾਂ ਇਹਦਾ ਹੋ ਰਿਹਾ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਬੜੀ ਦੁਖਦਾਈ ਘਟਨਾ ਉਹ ਵਾਪਰੀ ਕਿ ਸਾਡਾ ਹੋਣਹਾਰ ਬੱਚਾ ਸੂਰਜਦੀਪ, ਜਿਹਨੂੰ ਮਾਪਿਆਂ ਨੇ ਬੜੀਆਂ ਹੀ ਆਸਾਂ ਉਮੀਦਾਂ ਦੇ ਨਾਲ ਆਪਣਾ ਪੰਜਾਬ ਦੀ ਧਰਤੀ ਤੋਂ ਇੱਥੇ ਪੜ੍ਹਨ ਵਾਸਤੇ ਭੇਜਿਆ ਸੀਗਾ, ਔਰ ਉਸ ਤੋਂ ਬਾਅਦ ਲਗਭਗ ਉਹਦੀ ਸਟੱਡੀ ਮੁਕੰਮਲ ਸੀਗੀ, ਔਰ ਉਹ ਬੜਾ ਵਧੀਆ ਬੱਚਾ ਸੀਗਾ। ਜਿੱਥੋਂ ਤੱਕ ਮੈਂ ਉਹਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ, ਗੁਰਸਿੱਖ ਬੱਚਾ ਸੀਗਾ, ਗੁਰੂ ਨੂੰ ਮੰਨਣ ਵਾਲਾ ਸੀਗਾ। ਔਰ ਉਸ ਦਿਨ ਵੀ ਉਹ ਆਪਣੇ ਕੰਮਕਾਰ ਤੋਂ ਬਾਅਦ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਪਣੇ ਘਰ ਵਾਪਸ ਜਾ ਰਿਹਾ ਸੀਗਾ, ਔਰ ਉਹ ਰਸਤੇ ਦੇ ਵਿੱਚ ਉਸ ਦੇ ਨਾਲ ਉਹ ਜਿਹੜੀ ਟ੍ਰੈਜਡੀ ਵਾਪਰੀ, ਔਰ ਉਹ 2 ਉੱਥੋਂ ਦੇ ਜਿਹੜੇ ਨੌਜਵਾਨ ਸੀਗੇ, ਜਿਹੜੇ ਉਹਨਾਂ ਨੂੰ ਅਸੀਂ ਨਾਬਾਲਗ ਕਹਿ ਸਕਦੇ ਹਾਂ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿ ਉਹਦਾ ਪਰਸ ਖੋਹਣ ਦੀ ਨੀਅਤ ਨਾਲ, ਮੋਬਾਈਲ ਖੋਹਣ ਦੀ ਨੀਅਤ ਦੇ ਨਾਲ ਉਹਦੇ 'ਤੇ ਅਟੈਕ ਕਰ ਦਿੱਤਾ, ਔਰ ਉਸ ਦੇ ਦੌਰਾਨ ਉਸ ਬੱਚੇ ਦੀ ਡੈਥ ਹੋ ਗਈ। ਔਰ ਜਿਹਦਾ ਦੁੱਖ ਪੂਰੇ ਕੈਨੇਡਾ ਦੇ ਵਿੱਚ, ਪੂਰੇ ਜਿਹੜੇ ਪੰਜਾਬੀ ਸਾਡੀ ਕਮਿਊਨਿਟੀ ਹੈ ਉਹਨਾਂ ਨੇ ਮਨਾਇਆ,
ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਹ ਗੱਲ ਜਿਹੜੀ ਬੜੇ ਵੱਡੇ ਪੱਧਰ ਤੇ ਗਈ, ਔਰ ਜਿਸ ਨੂੰ ਲੈ ਕੇ ਪਿਛਲੇ ਦਿਨੀ ਇੱਥੇ ਵੱਖ-ਵੱਖ ਸਰੀ ਦੇ ਵਿੱਚ ਵੀ, ਹੋਰ ਬਰੰਪਟਨ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਪ੍ਰਦਰਸ਼ਨ ਵੀ ਹੋਏ ਨੇ। ਉਸ ਬੱਚੇ ਨੂੰ ਜਿਹੜੀ ਹੈਗੀ ਆ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਔਰ ਇਹ ਜਿਹੜਾ ਕੁਝ ਵੀ ਵਾਪਰਿਆ ਉਹ ਇੱਕ ਬਹੁਤ ਦੁਖਾਂਤ ਹੈ। ਪਰ ਜਿਹੜੀ ਗੱਲ ਮੈਂ ਉਸ ਦਿਨ ਵੀ ਉੱਥੇ ਸਰੀ ਜਿਸ ਦਿਨ ਇਕੱਠ ਹੋਇਆ ਉੱਥੇ ਬੋਲਦਿਆਂ ਕੀਤੀ ਸੀ ਕਿ ਕੀ ਇਸ ਤਰ੍ਹਾਂ ਦੇ ਲੋਕ, ਬੇਸ਼ੱਕ ਉਹ ਬਾਲਗ ਨੇ, ਉਹਨਾਂ ਦਾ ਜਿਹੜਾ ਰਿਕਾਰਡ ਹੈ ਮੈਨੂੰ ਪਤਾ ਲੱਗਿਆ ਉਹ ਕ੍ਰਿਮੀਨਲ ਬੈਕਗਰਾਊਂਡ ਦੇ ਬੱਚੇ ਨੇ, ਔਰ ਇੱਦਾਂ ਦੀਆਂ ਹਰਕਤਾਂ ਕਰਦੇ ਨੇ, ਔਰ ਉਸ ਤੋਂ ਬਾਅਦ ਫਿਰ ਉਹ ਸ਼ਰੇਆਮ ਖੁੱਲ੍ਹੇਆਮ ਫਿਰਦੇ ਨੇ। ਔਰ ਇਹਨਾਂ ਲੋਕਾਂ ਵਾਸਤੇ ਜਿਹੜੇ ਸਖਤ ਕਾਨੂੰਨ ਨੇ, ਠੀਕ ਹੈ ਕੈਨੇਡਾ ਇੱਕ ਬਹੁਤ ਸੋਹਣਾ ਮੁਲਕ ਹੈ, ਇੱਥੇ ਹਰੇਕ ਨੂੰ ਫਰੀਡਮ ਹੈ, ਪੂਰੀ ਤਰ੍ਹਾਂ ਦੀ ਆਜ਼ਾਦੀ ਹੈ, ਪਰ ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਇਸ ਤਰ੍ਹਾਂ ਦਾ ਫਰੀਡਮ ਹੋਰ ਵੀ ਘਟਨਾਵਾਂ ਨੂੰ ਜਨਮ ਦਿੰਦਾ ਹੈ। ਔਰ ਉਹਦੇ 'ਤੇ ਰੋਕ ਲਾਉਣ ਵਾਸਤੇ ਜਿਹੜਾ ਕਾਨੂੰਨ ਹੈਗਾ, ਮੈਂ ਕਹਿੰਦਾ ਕਿਤੇ ਨਾ ਕਿਤੇ ਉਹਦੇ ਵਿੱਚ ਸਖਤੀ ਲਿਆਉਣੀ ਜ਼ਰੂਰੀ ਹੈ ਕਿ ਠੀਕ ਹੈ ਉਹ ਬੱਚੇ ਨਾਬਾਲਗ ਨੇ, 18 ਸਾਲ ਤੋਂ ਘੱਟ ਨੇ, ਅੱਜ ਪਹਿਲਾਂ ਵੀ ਉਹਨਾਂ ਨੇ ਕੋਈ ਇਲਜ਼ਾਮ ਦਿੱਤਾ, ਉਸ ਤੋਂ ਬਾਅਦ ਫਿਰ ਉਹਨਾਂ ਦੀ ਦਿਲ ਵਧਿਆ ਔਰ ਇਹ ਘਟਨਾ ਉਹਨਾਂ ਨੇ ਇਲਜ਼ਾਮ ਦਿੱਤਾ, ਔਰ ਭਵਿੱਖ ਦੇ ਵਿੱਚ ਜੇਕਰ ਨਾ ਰੋਕਿਆ ਗਿਆ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਵਾਪਰਨਗੀਆਂ। ਕਿਉਂਕਿ ਅਸੀਂ ਦੇਖਦੇ ਹਾਂ ਕਿ ਇੱਕ ਇਹੀ ਮੁਲਕ ਹੈ ਜਿੱਥੇ ਸਾਡੀਆਂ ਰਾਤ ਨੂੰ ਬੇਟੀਆਂ 12-12 ਵਜੇ, 1-1, 2-2 ਵਜੇ ਵੀ ਆਪਣੇ ਕੰਮ ਕਰਕੇ ਆਪਣੇ ਕੰਮ ਤੋਂ ਘਰੇ ਆ ਰਹੀਆਂ ਨੇ, ਜਾ ਰਹੀਆਂ ਨੇ। ਕਿਸੇ ਦੀ ਜ਼ਰੂਰਤ ਨਹੀਂ, ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਉਹਦੇ ਵੱਲ ਅੱਖ ਭਰ ਕੇ ਵੀ ਤੱਕ ਜਾਵੇ ਇਸ ਕੰਟਰੀ ਦੇ ਵਿੱਚ। ਪਰ ਜਦੋਂ ਇੱਦਾਂ ਦੇ ਅਨਸਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨਗੇ ਤਾਂ ਉਹਨੂੰ ਦੇਖ ਕੇ ਹੋਰਨਾਂ ਲੋਕਾਂ ਦਾ ਵੀ ਦਿਲ ਵਧੇਗਾ। ਔਰ ਅਸੀਂ ਕੈਨੇਡੀਅਨ ਗੌਰਮੈਂਟ ਤੋਂ ਉਸ ਦਿਨ ਵੀ ਮੰਗ ਕੀਤੀ ਹੈ, ਹੁਣ ਵੀ ਮੰਗ ਕਰਦੇ ਹਾਂ ਕਿ ਕੋਈ ਸਖਤ ਕਾਨੂੰਨ ਜਿਹੜਾ ਹੈਗਾ ਇੱਦਾਂ ਦਾ ਲਿਆਂਦਾ ਜਾਵੇ। ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਰਿਕਾਰਡ ਵਾਲੇ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ। ਔਰ ਜਿਸ ਤਰ੍ਹਾਂ ਹੋਇਆ, ਕੈਨੇਡੀਅਨ ਗੌਰਮੈਂਟ ਪਹਿਲਾਂ ਵੀ ਲਿਆਉਂਦੀ ਰਹੀ ਹੈ, ਪਿੱਛੇ ਜਿਹਾ ਸਾਡੇ 1-2% ਸਟੂਡੈਂਟ ਜਦੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਰਦੀ ਆ ਤਾਂ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਇੱਥੋਂ ਬਾਏ ਬਰਥ ਸਿਟੀਜ਼ਨ ਜਿਹੜੇ ਹੈਗੇ ਆ ਉਹ ਵੀ ਇਹਨਾਂ ਨੇ ਡਿਪੋਰਟ ਕਰਕੇ ਇੰਡੀਆ ਵਾਪਸ ਭੇਜੇ ਆ। ਅਤੇ ਜੇਕਰ ਇੱਦਾਂ ਦੇ ਕਾਨੂੰਨ ਸਾਡੀ ਕਮਿਊਨਿਟੀ 'ਤੇ ਲੱਗ ਸਕਦੇ ਆ ਤਾਂ ਉਹਨਾਂ ਲੋਕਾਂ ਵਾਸਤੇ ਵੀ ਕਾਨੂੰਨ ਜਿਹੜੇ ਹੈਗੇ ਆ ਉਹ ਬਣਾਏ ਜਾ ਸਕਦੇ ਆ। ਸਿੱਧੂ ਸਾਹਿਬ, ਗੱਲ ਆਪਾਂ ਕੀਤੀ ਸਟੂਡੈਂਟਸ ਦੀ, ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ, ਪਿਛਲੇ ਕਈ ਸਾਲਾਂ ਤੋਂ ਤੁਸੀਂ ਵੀ ਇਹਦੇ ਵਿੱਚ ਕਾਫੀ ਵਿਚਰੇ ਹੋ ਬਈ, ਕਾਫੀ ਸਾਰੇ ਸਟੂਡੈਂਟਸ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਅੱਜ ਕੱਲ੍ਹ ਕੈਨੇਡਾ ਦੀ ਧਰਤੀ 'ਤੇ ਆ ਰਹੇ, ਪਿਛਲੇ 3-4 ਸਾਲਾਂ ਵਿੱਚ ਤਾਂ ਬਹੁਤ ਵੱਡਾ ਜਿਹੜਾ ਵਰਗ ਆ ਸਾਡਾ ਇੱਥੇ ਆਇਆ। ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਆਪਣੇ ਰਾਹੀਂ ਇਹ ਜਾਣਕਾਰੀ ਦਿਓ ਵੀ ਇਹ ਪਹਿਲੀ ਗੱਲ, ਸਾਡੇ ਜਿਹੜੇ ਉੱਥੇ ਨੌਜਵਾਨ ਪੀੜ੍ਹੀ ਆ ਪੰਜਾਬ ਛੱਡ ਕੇ, ਪੰਜਾਬ ਵਿੱਚ BA ਦੇ ਕਾਲਜ ਆ, ਪੰਜਾਬ ਦੇ ਵਿੱਚ BEd ਕਾਲਜ ਆ, ਪੰਜਾਬ ਦੇ ਵਿੱਚ MBBS MD ਕਾਲਜ ਹੁਣ ਤੱਕ ਖੁੱਲ੍ਹ ਗਏ ਆ, ਉਹਨਾਂ ਦੇ ਵਿੱਚ ਐਡਮਿਸ਼ਨਾਂ ਲੈਣ ਦੀ ਬਜਾਏ ਆਈਲੈਟ ਸੈਂਟਰਾਂ ਵਿੱਚ ਜਾ ਕੇ ਹੁਣ ਕੈਨੇਡਾ ਦੀ ਧਰਤੀ 'ਤੇ ਆ ਕੇ ਮਜ਼ਦੂਰੀ ਕਰਕੇ ਆਪਣਾ ਕਹਿ ਲਓ ਜਿਹੜਾ ਉਹ ਸਮਾਂ ਨਿਘਾ ਰਹੇ ਆ। ਇੱਕ ਸਟਰਗਲ ਦਾ ਬਹੁਤ ਵੱਡਾ ਟਾਈਮ ਹੁੰਦਾ, ਤੁਸੀਂ ਸਾਰੇ ਸਮੇਂ ਦੇ ਵਿੱਚੋਂ ਆਪ ਦੇਖਿਆ, ਤੁਹਾਡੇ ਨਾਲ ਸਟੂਡੈਂਟਸ ਕਾਫੀ ਟੱਚ ਵਿੱਚ ਆ। ਇਹ ਕਿਉਂ ਇੱਦਾਂ ਵਾਪਰ ਰਿਹਾ? ਕਿਉਂ ਸਾਡੀ ਜਿਹੜੀ ਇਹ ਜਿਹੜੀ ਨਵੀਂ ਪਨੀਰੀ ਆ ਪੰਜਾਬ ਦੀ, ਉਹ ਕਿਉਂ ਉੱਠ ਕੇ ਪੰਜਾਬ ਤੋਂ ਕੈਨੇਡਾ ਨੂੰ ਰੁੱਖ ਕਰ ਰਹੀ ਹੈ? ਦੇਖੋ ਬ੍ਰਦਰ, ਮੈਂ ਜਿੱਥੋਂ ਤੱਕ ਮੈਂ ਇਸ ਗੱਲ ਨੂੰ ਹੁਣ ਤੱਕ ਦੇਖਿਆ ਘੋਖਿਆ ਕਿ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਸੀ। ਪੰਜਾਬ ਹਿੰਦੁਸਤਾਨ ਦਾ, ਭਾਰਤ ਦਾ ਇੱਕ ਖੁਸ਼ਹਾਲ ਸੂਬਾ ਸੀਗਾ। ਉਹ ਪੰਜਾਬ ਜਿਹੜਾ ਪੂਰੇ ਭਾਰਤ ਦਾ ਜਿਹੜਾ ਹੈਗਾ ਉਹ ਢਿੱਡ ਭਰਦਾ ਸੀਗਾ, ਔਰ ਉਹ ਵਾਕਈ ਕਿ ਪੰਜਾਬ ਦਾ ਨਾਮ ਜਿਹੜਾ ਉਹ ਲਿਆ ਜਾਂਦਾ ਸੀਗਾ। ਪਰ ਜਿਹੜਾ ਪਿਛਲਾ ਦੌਰ ਇੱਕ ਚੱਲ ਰਿਹਾ ਪੰਜਾਬ ਦੇ ਵਿੱਚ, ਪੰਜਾਬ ਨੂੰ ਹਮੇਸ਼ਾ ਹੀ ਕਦੇ ਨਾ ਜਿਹੜੀਆਂ ਤਾਕਤਾਂ ਬੈਠੀਆਂ ਨੇ ਉਹਨਾਂ ਨੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਈ ਦੌਰ ਪੰਜਾਬ ਦੇ ਉੱਤੇ ਲਿਆਂਦੇ ਗਏ। ਹੁਣ ਜਿਹੜਾ ਦੌਰ ਪੰਜਾਬ ਦੇ ਵਿੱਚ ਇਸ ਟਾਈਮ ਚੱਲ ਰਿਹਾ ਉਹ ਬੜਾ ਇੱਕ ਭਿਆਨਕ ਦੌਰ ਚੱਲ ਰਿਹਾ। ਔਰ ਉਸ ਦੌਰ ਦੇ ਵਿੱਚ ਮੈਂ ਜਿੱਥੋਂ ਤੱਕ ਸੋਚ ਰਿਹਾ ਕਿ ਸਾਡੀਆਂ ਸਰਕਾਰਾਂ, ਸਾਡੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਬੁਰੀ ਤਰ੍ਹਾਂ ਨਾਕਾਮ, ਬੁਰੀ ਤਰ੍ਹਾਂ ਫੇਲ ਜਿਹੜੀ ਹੈਗੀ ਆ ਸਾਬਤ ਹੋਈ ਆ, ਜਿਹਦੇ ਕੋਲੇ ਪੰਜਾਬ ਨੂੰ ਬਚਾਉਣ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਰੋਡ ਮੈਪ ਨਹੀਂ ਹੈਗਾ, ਕੋਈ ਪਲੈਨਿੰਗ ਨਹੀਂ ਹੈਗੀ ਕਿ ਪੰਜਾਬ ਦਾ ਜਿਹੜਾ ਯੂਥ ਹੈ, ਜਿਹੜਾ ਪੰਜਾਬ ਦੇ ਬੱਚੇ ਨੇ, ਜਿਹੜੇ ਪੰਜਾਬ ਦਾ ਆਉਣ ਵਾਲਾ ਫਿਊਚਰ ਨੇ, ਉਹਨਾਂ ਨੂੰ ਸਾਂਭਣਾ ਕਿੱਦਾਂ। ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਇੱਕ ਜਿਹੜਾ ਪ੍ਰਾਈਵੇਟੇਸ਼ਨ ਦੌਰ ਜਿਹੜਾ ਆਇਆ, ਉਹਦੇ ਵਿੱਚ ਠੀਕ ਹੈ ਸਰਕਾਰੀ ਸਕੂਲ, ਸਰਕਾਰੀ ਕਾਲਜ ਸਾਰੇ ਖੁੱਡੇ ਲੈਣ ਲਗਾ ਕੇ, ਠੀਕ ਹੈ ਪ੍ਰਾਈਵੇਟ ਤੌਰ 'ਤੇ ਬਹੁਤ ਸਾਰੀਆਂ ਸੰਸਥਾਵਾਂ ਪ੍ਰਫੁੱਲਿਤ ਹੋਈਆਂ। ਔਰ ਉਹਦੇ ਵਿੱਚ ਇੰਜੀਨੀਅਰਿੰਗ ਕਾਲਜ ਪੰਜਾਬ ਦੇ ਵਿੱਚ ਧੜਾ-ਧੜ ਖੁੱਲ੍ਹੇ, ਪੰਜਾਬ ਦੇ ਵਿੱਚ BEd ਕਾਲਜ, ਪੰਜਾਬ ਦੇ ਵਿੱਚ ETT ਕਾਲਜ ਧੜਾ-ਧੜ ਖੁੱਲ੍ਹੇ, ਜਿਨ੍ਹਾਂ ਨੇ ਥੋਕ ਦੇ ਵਿੱਚ ਜਿਹੜੀਆਂ ਡਿਗਰੀਆਂ ਨੇ ਉਹ ਸਾਡੇ ਬੱਚਿਆਂ ਨੂੰ ਵੰਡੀਆਂ। ਔਰ ਸਾਡੇ ਬੱਚੇ ਉਸ ਪਾਸੇ ਗਏ ਵੀ, ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਗਏ, BEd ਦੇ ਵਿੱਚ ਗਏ, ETT ਦੇ ਵਿੱਚ ਗਏ, ਜਿਨ੍ਹਾਂ ਦੀ ਕਿਤੇ ਵੈਲਿਊ ਹੁੰਦੀ ਸੀ, ਜਿਹੜੀਆਂ ਡਿਗਰੀਆਂ ਜਦੋਂ ਬੱਚਿਆਂ ਨੂੰ ਮਿਲਦੀਆਂ ਸੀ ਤਾਂ ਫਿਊਚਰ ਉਹਨਾਂ ਨੂੰ ਆਪਣਾ ਬਰਾਈਟ ਦਿਸਦਾ ਸੀਗਾ। ਪਰ ਉਹ ਸਾਰਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਸਾਡੇ ਬੱਚਿਆਂ ਦੇ, ਉਹਨਾਂ ਦੇ ਮਾਂ-ਪਿਓ ਦੇ ਨਮੋਸ਼ੀ ਲੱਗੀ। ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਬੱਚਿਆਂ ਨੂੰ ਇੰਜੀਨੀਅਰ ਪੈਦਾ ਕਰ ਰਹੇ ਹੋ, ਠੀਕ ਹੈ, ਟੀਚਰ ਪੈਦਾ ਕਰ ਰਹੇ ਹੋ, ਪਰ ਉਹਨਾਂ ਨੂੰ ਲਗਾਉਣਾ ਕਿੱਥੇ ਹੈ?
ਉਹਨਾਂ ਵਾਸਤੇ ਉਹਨਾਂ ਦਾ ਜਿਹੜਾ ਹੈਗਾ ਅੱਗੇ ਉਹਨਾਂ ਦਾ ਫਿਊਚਰ ਕੀ ਹੈ, ਭਵਿੱਖ ਕੀ ਹੈ। ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ, ਪੰਜਾਬ ਦੀ ਇੰਡਸਟਰੀ ਬਿਲਕੁਲ ਖਤਮ ਹੋ ਚੁੱਕੀ ਹੈ, ਤਬਾਹ ਹੋ ਚੁੱਕੀ ਹੈ। ਔਰ ਕਿਸੇ ਸਰਕਾਰ ਦਾ ਅੱਜ ਤੱਕ ਉਸ ਪਾਸੇ ਧਿਆਨ ਵੀ ਹੈ ਨਹੀਂਗਾ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਇੰਜੀਨੀਅਰ ਕਰਕੇ ਨਿਕਲ ਰਹੇ ਨੇ, ਬੀਟੈਕ ਮਕੈਨੀਕਲ ਕਰਕੇ ਨਿਕਲ ਰਹੇ ਨੇ, ਐਮਟੈਕ ਮਕੈਨੀਕਲ ਕਰਕੇ ਨਿਕਲ ਰਹੇ ਨੇ, ਉਹਨਾਂ ਦੀ ਰਿਪਲੇਸਮੈਂਟ ਕਿੱਥੇ ਹੋਣੀ ਹੈ। ਔਰ ਉਹਨਾਂ ਦੀ ਰਿਪਲੇਸਮੈਂਟ ਹੁੰਦੀ ਸੀ ਅਦਰ ਸਟੇਟ ਦੇ ਵਿੱਚ, ਠੀਕ ਹੈ। ਨੋਇਡਾ ਦੇ ਵਿੱਚ ਪਹਿਲਾਂ ਚੰਗੇ ਪੈਕੇਜ ਦਿੱਤੇ ਜਾਂਦੇ ਸੀਗੇ, ਉੱਥੇ ਬੱਚੇ ਸਾਡੇ ਜਾ ਕੇ ਉਹਨਾਂ ਦੀ ਰਿਪਲੇਸਮੈਂਟ ਹੁੰਦੀ ਸੀ, ਉਹ ਯੂਨੀਵਰਸਿਟੀਆਂ ਤੋਂ ਕਾਲਜਾਂ ਤੋਂ ਬੱਚੇ ਲੈ ਕੇ ਜਾਂਦੇ ਸੀਗੇ। ਪਰ ਜਦੋਂ ਉਹਨਾਂ ਨੇ ਦੇਖ ਲਿਆ ਤਾਂ ਉਹਨਾਂ ਲੋਕਾਂ ਨੇ ਵੀ 10-10 20-20 ਹਜ਼ਾਰ ਦੇ ਉੱਤੇ ਸ਼ੋਸ਼ਣ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਦੇਖੋ, ਇੱਕ ਬੱਚਾ ਪੰਜਾਬ ਛੱਡ ਕੇ, ਘਰ ਛੱਡ ਕੇ ਜੇਕਰ ਅਦਰ ਸਟੇਟ ਦੇ ਵਿੱਚ ਰਹਿ ਰਿਹਾ ਤਾਂ ਉਹ 10-20 ਹਜ਼ਾਰ ਨਾਲ ਗੁਜ਼ਾਰਾ ਕਿਵੇਂ ਕਰ ਲੂਗਾ। ਉਹ ਘਰ ਦਾ ਰੈਂਟ ਕੱਢੂਗਾ, ਖਾਣ ਪੀਣ ਦਾ ਖਰਚਾ ਕੱਢੂਗਾ। ਇਹ ਹਾਲਾਤਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਰੁਖ ਹੈਗਾ ਉਹ ਵਿਦੇਸ਼ਾਂ ਵੱਲ ਨੂੰ ਮੋੜ ਕੇ ਰੱਖ ਦਿੱਤਾ। ਘਰ ਛੱਡਣੇ, ਮੁਲਕ ਛੱਡਣਾ ਬਹੁਤ ਔਖਾ ਹੈ, ਛੋਟੀ ਗੱਲ ਨਹੀਂ ਹੈਗੀ। ਪਰ ਉਸ ਤੋਂ ਬਾਅਦ ਇੱਕ ਟਰੈਂਡ ਚੱਲਦਾ, ਅੱਜ ਟਰੈਂਡ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆਈਲੈਟ ਸੈਂਟਰ ਖੁੱਲ੍ਹ ਗਏ। ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿੱਦਾਂ ਇੱਕ ਪ੍ਰੋਪਰਟੀ ਦਾ ਦੌਰ ਆਇਆ ਸੀਗਾ, ਦੁਕਾਨਦਾਰ ਹਰੇਕ ਹੀ ਪ੍ਰੋਪਰਟੀ ਡੀਲਰ ਬਣ ਗਿਆ ਸੀਗਾ। ਹੁਣ ਪੰਜਾਬ ਦੇ ਵਿੱਚ ਅੱਜ ਜਿਹਨੂੰ ਕੋਈ ਪਤਾ ਹੈਗਾ ਜਾਂ ਨਹੀਂ ਹੈਗਾ, ਉਹ ਅੱਜ ਪੰਜਾਬ ਦੇ ਵਿੱਚ ਏਜੰਟ ਬਣ ਗਿਆ। ਅੱਜ ਜੇ ਕੋਈ ਜਿਹੜਾ ਇੰਗਲਿਸ਼ ਦੇ ਵਿੱਚ ਜਿਹਦੀ ਕੰਪਾਰਟਮੈਂਟ ਆ, ਉਹਨੇ ਆਈਲੈਟ ਸੈਂਟਰ ਖੋਲ੍ਹ ਲਏ। ਇੱਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਗਿਆ। ਔਰ ਸਾਡਾ ਯੂਥ ਹੈ, ਹੁਣ ਉਹਨੂੰ ਵਿਚਾਰੇ ਨੂੰ ਦਿਸਦਾ ਹੀ ਕੁਛ ਨਹੀਂਗਾ, ਠੀਕ ਆ। ਹੁਣ +2 ਕਰਦਾ, +2 ਤੋਂ ਬਾਅਦ ਹਰੇਕ ਬੰਦੇ ਦੀ ਹੁੰਦੀ ਆ, ਪਹਿਲਾਂ ਆਸਟ੍ਰੇਲੀਆ ਦੇ ਵੱਲ ਦੌੜ ਸੀ, ਹੁਣ ਕੈਨੇਡਾ ਦੇ ਵੱਲ ਦੌੜ ਲੱਗੀ ਹੋਈ ਹੈ ਕਿ ਚਲੋ ਜੀ ਇੱਥੋਂ ਨਿਕਲੋ, ਇੱਥੋਂ ਨਿਕਲ ਕੇ ਜੇਕਰ ਉੱਥੇ ਜਾਵਾਂਗੇ ਸੈਟਲ ਹੋ ਜਾਵਾਂਗੇ, ਠੀਕ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਇੱਥੇ ਆ ਰਹੇ ਆ। ਔਰ ਠੀਕ ਹੈ, ਆਉਣਾ ਕੋਈ ਮਾੜੀ ਗੱਲ ਨਹੀਂ। ਇਹਨਾਂ ਲੋਕਾਂ ਨੇ ਮੌਕਾ ਦਿੱਤਾ ਆ, ਇੱਕ ਲੀਗਲ ਵੇ ਦੇ ਨਾਲ ਮੌਕਾ ਦਿੱਤਾ। ਪਹਿਲਾਂ ਲੋਕ ਗੈਰ ਕਾਨੂੰਨੀ ਤੌਰ ਤੇ ਵੀ ਇੱਥੇ ਐਂਟਰ ਕਰਦੇ ਰਹੇ ਆ, ਪਰ ਇੱਕ ਵਧੀਆ ਪ੍ਰੋਸੈਸ ਹੈ ਜਿਹਦੇ ਰਾਹੀਂ ਇਹ ਸਟੱਡੀ ਕਰਨ ਤੋਂ ਬਾਅਦ ਵਰਕ ਪਰਮਿਟ ਲੈ ਕੇ, ਉਸ ਤੋਂ ਬਾਅਦ PR ਲੈ ਕੇ ਆਪਣੀ ਲਾਈਫ ਜਿਹੜੀ ਹੈਗੀ ਹੈ ਇੱਥੇ ਸੈੱਟ ਕਰ ਸਕਦੇ ਆ। ਇੱਕ ਚੰਗੀ ਅਪਰਚੁਨਿਟੀ ਜਿਹੜੀ ਇੱਥੋਂ ਦੀਆਂ ਸਰਕਾਰਾਂ ਨੇ, ਗੌਰਮੈਂਟ ਨੇ ਦਿੱਤੀ ਹੈ। ਇੱਥੇ ਅਸੀਂ ਦੇਖਦੇ ਹਾਂ, ਅਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਏ ਹਾਂ। ਇੱਥੇ ਇੱਕ ਸਿਸਟਮ ਹੈਗਾ ਜਿਹਦੇ ਸਿਸਟਮ ਦੇ ਅੰਡਰ ਸਾਰਾ ਕੁਝ ਜਿਹੜਾ ਹੈਗਾ ਹੁੰਦਾ, ਪਰ ਹੌਲੀ ਹੌਲੀ ਉਸ ਸਿਸਟਮ ਦੇ ਨਾਲ ਵੀ ਜਿਹੜੇ ਸਾਡੇ ਉੱਥੇ ਬੈਠੇ ਲੋਕ ਨੇ ਉਹਨੂੰ ਛੇੜਛਾੜ ਕਰਨ ਤੋਂ ਹਟਦੇ ਨਹੀਂ, ਜਿਹਦੇ ਕਰਕੇ 1-2% ਦੀ ਗੱਲ ਸਾਡੀ ਸਾਰੀ ਕਮਿਊਨਿਟੀ ਦੇ ਉੱਤੇ ਤੱਬਾ ਲਾਉਂਦੀ ਹੈ। ਅੱਜ ਸਟੂਡੈਂਟਸ ਆ ਰਹੇ ਨੇ, ਅਸੀਂ ਸਟੂਡੈਂਟਸ ਨੂੰ ਵੈਲਕਮ ਕੀਤਾ ਹੋਇਆ। ਅਸੀਂ ਖੁਦ ਇੱਥੇ ਆਪਣੇ ਵੱਲੋਂ ਆਫਰ ਦਿੱਤੀਆਂ ਹੋਈਆਂ ਕਿ ਆਓ, ਅਸੀਂ ਬੱਚਿਆਂ ਕੋਲੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ, ਅਸੀਂ ਘਰ ਵੀ ਪ੍ਰੋਵਾਈਡ ਕਰਦੇ ਹਾਂ, ਠੀਕ ਆ। ਉਹਨਾਂ ਨੂੰ ਜਿੰਨਾ ਚਿਰ ਨਹੀਂ ਪ੍ਰਬੰਧ ਹੁੰਦਾ ਰੱਖਦੇ ਵੀ ਹਾਂ, ਔਰ ਹੋਰ ਵੀ ਜਿੰਨੀ ਹੈਲਪ ਅਸੀਂ ਕਰ ਸਕਦੇ ਹਾਂ ਉਹ ਕਰਦੇ ਹਾਂ। ਔਰ ਸਾਡਾ ਫਰਜ਼ ਵੀ ਬਣਦਾ ਹੈ, ਕਿਉਂਕਿ ਅਸੀਂ ਇੱਥੇ ਜੇਕਰ ਸਾਡੇ ਸਿਟੀਜ਼ਨ PR ਸਾਡੀਆਂ ਫੈਮਲੀਆਂ ਬੈਠੀਆਂ ਨੇ, ਸਾਨੂੰ ਵੀ ਕਿਸੇ ਨੇ ਸਾਂਭਿਆ ਤੇ ਅਸੀਂ ਵੀ ਆਉਣ ਵਾਲੇ ਜਿਹੜੇ ਆਪਣੇ ਬੱਚੇ ਹੈਗੇ ਉਹਨਾਂ ਨੂੰ ਸਾਂਭੀਏ। ਪਰ ਬਹੁਤ ਕੁਛ ਇਹਦੀ ਆੜ ਦੇ ਵਿੱਚ ਫਿਊਚਰ ਦੇ ਵਿੱਚ ਹੋ ਵੀ ਰਿਹਾ, ਜਿਹਨੂੰ ਸਾਨੂੰ ਸੋਚਣ ਦੀ ਲੋੜ ਹੈ। ਪ੍ਰਧਾਨ ਜੀ, ਸੋਸ਼ਲ ਡਿਸਟੈਂਸਿੰਗ ਦੀ ਗੱਲ ਇੱਥੇ ਚੱਲੀ ਹੋਈ ਹੈ। ਇੱਥੇ ਵੀ ਕਰੋਨਾ ਦਾ ਕਹਿਰ ਜਿੱਦਾਂ ਪੂਰੀ ਦੁਨੀਆ ਦੇ ਵਿੱਚ ਵਾਪਰ ਰਿਹਾ, ਉੱਦਾਂ ਹੀ ਇੱਥੇ ਵੀ ਉਹ ਸਾਰੀ ਤਰਾਸਦੀ ਜਿਹੜੀ ਸਾਰੀ ਇੱਥੇ ਵੀ ਕਰੋਨਾ ਦਾ ਬਹੁਤ ਵੱਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੰਬ ਫਟਿਆ ਹੋਇਆ ਕਹਿ ਲਓ। ਇੱਥੇ ਵੀ ਲੋਕ ਤਰ੍ਹਾਂ ਕਰਦੇ ਪਏ ਨੇ। ਲੋਕ ਇਸ ਕਰੋਨਾ ਦੀ ਮਹਾਮਾਰੀ ਤੋਂ ਬਚਣ ਲਈ ਵੱਖ-ਵੱਖ ਉਪਾਅ ਜਿਹੜੇ ਆ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆ ਰਹੇ ਆ। ਮੈਂ ਗੱਲ ਕਰ ਰਿਹਾ ਕਾਲਜਿਸ ਦੀ, ਮੈਂ ਗੱਲ ਕਰ ਰਿਹਾ ਸਕੂਲਸ ਦੀ ਜਾਂ ਯੂਨੀਵਰਸਿਟੀਜ਼ ਦੀ। ਜਿਹੜੀਆਂ ਸਕੂਲ, ਯੂਨੀਵਰਸਿਟੀ, ਕਾਲਜਾਂ ਦੇ ਵਿੱਚ ਸਾਡੇ ਬੱਚਿਆਂ ਨੇ ਐਡਮਿਸ਼ਨਾਂ ਲਈਆਂ, ਮਾਰਚ ਸੈਸ਼ਨ ਦੇ ਵਿੱਚ ਲਈਆਂ, ਜਿਨ੍ਹਾਂ ਨੇ ਮਾਰਚ ਵਿੱਚ ਆਉਣਾ ਸੀ। ਉਸ ਤੋਂ ਬਾਅਦ ਲੋਕਡਾਊਨ ਹੋ ਗਿਆ, ਇੱਥੇ ਵੀ ਸਾਰਾ ਕੁਝ ਬੰਦ ਰਿਹਾ। ਹੁਣ ਹੌਲੀ-ਹੌਲੀ ਖੁੱਲ੍ਹ ਰਿਹਾ, ਇੰਡੀਆ ਵਿੱਚ ਵੀ ਖੁੱਲ੍ਹ ਰਿਹਾ। ਪਰ ਫਲਾਈਟਸ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਹਜੇ ਵੀ ਗੌਰਮੈਂਟ ਨੇ ਕਿਹਾ ਹੋਇਆ ਵੀ ਉਹ ਨਹੀਂ ਆ ਸਕਦੇ, ਟੂਰਿਸਟ ਵੀ ਨਹੀਂ ਆ ਸਕਦੇ। ਜਿਨ੍ਹਾਂ ਕੋਲ ਲੀਗਲ ਸਟੇਟਸ ਹੈ, PR ਹੈ, ਸਿਟੀਜ਼ਨ ਆ, ਉਹ ਆ ਸਕਦੇ ਨੇ। ਆਪਾਂ ਹੁਣ ਇਹ ਗੱਲ ਤੁਹਾਡੇ ਕੋਲ ਜਾਣਨੀ ਚਾਹੁੰਦੇ ਹਾਂ ਵੀ ਜਿਹੜੇ ਕੁਛ ਇੰਟਰਨੈਸ਼ਨਲ ਸਟੂਡੈਂਟ ਪਿਛਲੇ ਦਿਨੀ ਟੋਰਾਂਟੋ ਏਅਰਪੋਰਟ 'ਤੇ ਉਤਰੇ, ਉਹਨਾਂ ਨੂੰ CBSE ਡਿਪਾਰਟਮੈਂਟ ਵੱਲੋਂ ਯਾਨੀ ਕਿ ਬਾਰਡਰ ਸਿਕਿਉਰਿਟੀ ਏਜੰਸੀ ਵੱਲੋਂ ਵਾਪਸ ਇੰਡੀਆ ਡਿਪੋਰਟ ਕਰ ਦਿੱਤਾ ਗਿਆ, ਯਾਨੀ ਕਿ ਇੰਡੀਆ ਵਾਪਸ ਭੇਜ ਦਿੱਤਾ ਗਿਆ। ਭਾਵੇਂ ਉਹਨਾਂ ਕੋਲ ਇੰਟਰਨੈਸ਼ਨਲ ਸਟੂਡੈਂਟ ਦਾ ਵੀਜ਼ਾ ਸੀ, ਭਾਵੇਂ ਉਹਨਾਂ ਕੋਲ ਲੀਗਲ ਸਟੱਡੀ ਪਰਮਿਟ ਸੀ। ਤੁਹਾਨੂੰ ਸਾਰੀ ਇਹ ਜਾਣਕਾਰੀ ਹੋਏਗੀ ਕਿਉਂ ਇਹ ਸਾਰਾ ਕੁਝ ਵਾਪਰਿਆ, ਕਿਉਂ ਇੰਟਰਨੈਸ਼ਨਲ ਸਟੂਡੈਂਟ ਵਾਪਸ ਗਏ, ਜਾਂ ਇੱਥੇ ਕਾਲਜ ਯੂਨੀਵਰਸਿਟੀਆਂ ਹਜੇ ਖੁੱਲ੍ਹੇ ਨਹੀਂ, ਜਾਂ ਕੀ ਸਾਰਾ ਕੁਝ ਚੱਲ ਰਿਹਾ ਅੱਜ ਕੱਲ੍ਹ ਇੱਥੇ। ਦੇਖੋ, ਮੈਂ ਇੱਕ ਗੱਲ ਬੜੀ ਇੱਥੇ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਜਦੋਂ ਇਹ ਸਾਰਾ ਸਿਸਟਮ ਹੋਇਆ ਹੈ, ਕਰੋਨਾ COVID-19 ਦੀ ਜਿਹੜੀ ਮਹਾਮਾਰੀ ਆਈ ਹੈ, ਤਾਂ ਇਹਨੇ ਕੁੱਲ ਦੁਨੀਆ ਨੂੰ, ਕੁੱਲ ਦੇਸ਼ਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ। ਇਹਦਾ ਅਸਰ ਕੈਨੇਡਾ ਦੇ ਵਿੱਚ ਵੀ ਹੋਇਆ, ਜਿਸ ਨੂੰ ਲੈ ਕੇ ਸਾਰੇ ਕਾਲਜ, ਯੂਨੀਵਰਸਿਟੀਆਂ, ਸਕੂਲ ਜਿਹੜੇ ਹੈਗੇ ਨੇ ਉਹ ਪ੍ਰੋਪਰ ਬੰਦ ਪਏ ਨੇ। ਔਰ ਜੇ ਕਿਤੇ ਕਲਾਸਾਂ ਚੱਲ ਰਹੀਆਂ ਨੇ, ਸਟੱਡੀ ਚੱਲ ਰਹੀ ਹੈ, ਤਾਂ ਆਨਲਾਈਨ ਚੱਲ ਰਹੀ ਹੈ। ਔਰ ਸਾਡੇ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਨੂੰ ਮਾਰਚ ਤੋਂ ਪਹਿਲਾਂ ਜਿਨ੍ਹਾਂ ਨੂੰ ਵੀਜ਼ੇ, ਸਟੱਡੀ ਵੀਜ਼ੇ ਮਿਲ ਚੁੱਕੇ ਸੀਗੇ, ਜਿਨ੍ਹਾਂ ਨੂੰ ਪਿੱਛੇ ਇਹ ਵੀ ਗੱਲ ਚੱਲਦੀ ਸੀ ਕਿ ਉਹ ਆ ਸਕਦੇ ਨੇ, ਪਰ ਨਾਲ ਦੀ ਨਾਲ ਉਸ ਤੋਂ ਬਾਅਦ ਕੈਨੇਡੀਅਨ ਗੌਰਮੈਂਟ ਨੇ ਇੱਕ ਬੜਾ ਸਪਸ਼ਟ ਜਿਹੜੀਆਂ ਹੈਗੀਆਂ ਹਦਾਇਤ ਜਾਰੀ ਕਰ ਦਿੱਤੀਆਂ ਸੀਗੀਆਂ ਕਿ ਜਿਨ੍ਹਾਂ ਦੀ ਸਟੱਡੀ ਨਹੀਂ, ਇੱਥੇ ਕਾਲਜ ਬੰਦ ਨੇ, ਆਨਲਾਈਨ ਚੱਲ ਰਹੀ ਹੈ, ਉਹ ਆਪਣੀ ਕੰਟਰੀ ਦੇ ਵਿੱਚ ਬੈਠੇ ਹੀ ਸਟੱਡੀ ਲੈ ਸਕਦੇ ਨੇ। ਔਰ ਜਿਹੜਾ ਉਹਨਾਂ ਦਾ ਉਹ ਸਟੱਡੀ ਪੀਰੀਅਡ ਹੈਗਾ ਉਹਨੂੰ ਅਸੀਂ ਕਾਊਂਟ ਕਰਾਂਗੇ,
ਜੇ ਉੱਥੇ ਬੈਠ ਕੇ ਵੀ ਉਹ ਆਪਣੀ ਸਟੱਡੀ ਲੈਂਦੇ ਨੇ ਤਾਂ ਅਸੀਂ ਉਹਨੂੰ ਕਾਊਂਟ ਕਰਾਂਗੇ। ਉਹ ਜਦੋਂ ਇੱਥੇ ਆਉਣਗੇ ਤਾਂ ਉਸ ਤੋਂ ਅੱਗੇ ਸਟੱਡੀ ਕੰਪਲੀਟ ਕਰਕੇ ਜਦੋਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਣਾ ਹੈ ਸਟੱਡੀ ਤੋਂ ਬਾਅਦ, ਤਾਂ ਉਹਦੇ ਵਿੱਚ ਉਹ ਜਿਹੜਾ ਉਹਨਾਂ ਦਾ ਸਮਾਂ ਹੈਗਾ ਉਹ ਕਾਊਂਟ ਕੀਤਾ ਜਾਏਗਾ। ਔਰ ਇੱਥੇ ਦੋ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਇੱਕ ਤੇ ਉਹ ਜਿਨ੍ਹਾਂ ਨੂੰ ਸਟੱਡੀ ਵੀਜ਼ੇ ਮਿਲੇ ਹੋਏ ਨੇ, ਹੁਣ ਕੀ ਦੌੜ ਲੱਗੀ ਹੋਈ ਹੈ, ਇੱਕ ਹੁਣ ਏਜੰਟ ਵੀ ਬੜੇ ਸਰਗਰਮ ਹੋਏ ਨੇ ਕਿ ਕਿਸੇ ਤਰੀਕੇ ਦੇ ਨਾਲ ਉਹ ਵੀ ਇੱਕ ਪੈਸੇ ਦਾ ਦੌਰ ਚੱਲ ਰਿਹਾ। ਪੇਰੈਂਟਸ ਵਿਚਾਰੇ ਬੱਚਿਆਂ ਨੂੰ ਨਹੀਂ ਪਤਾ ਹੈਗਾ, ਅਣਜਾਣ ਨੇ, ਉਹ ਉਹਨਾਂ ਨੂੰ ਕਹਿੰਦੇ ਜੀ ਦੇਖੋ ਜੀ ਤੁਸੀਂ ਆਪਣੇ ਬੱਚੇ ਨੂੰ ਉੱਥੇ ਭੇਜੋ, ਤੁਸੀਂ ਹੁਣ ਬੋਗਸ ਤੌਰ ਤੇ ਬਣਾਇਆ ਜਾ ਰਿਹਾ ਕਿ ਇੰਟਰਨੈਟ ਦੀ ਫੈਸਿਲਿਟੀ ਨਹੀਂ ਹੈਗੀ। ਹੁਣ ਕਾਲਜ ਯੂਨੀਵਰਸਿਟੀਆਂ ਦੇ ਉੱਤੋਂ ਜਿਹੜੀਆਂ ਹੈਗੀਆਂ ਲੈਟਰਾਂ ਮੰਗਾਈਆਂ ਜਾ ਰਹੀਆਂ ਨੇ, ਔਰ ਉਹ ਕੁਛ ਕੁ ਕਾਲਜ ਜਿਹੜੇ ਹੈਗੇ ਨੇ ਜਿੱਥੇ ਵਾਕਈ ਜਿਨ੍ਹਾਂ ਦੀਆਂ ਕੋਈ ਲੈਬ ਦਾ ਸਟੱਡੀ ਹੈਗੀ ਆ, ਲੈਬ ਨਾਲ ਰਿਲੇਟਡ ਆ, ਜਿਹੜੀ ਘਰ ਦੇ ਵਿੱਚ ਨਹੀਂ ਹੋ ਸਕਦੀ, ਉੱਥੇ ਤਾਂ ਪੋਸੀਬਲ ਹੈਗਾ ਕਿ ਉਹ ਹਫਤੇ ਦੇ ਵਿੱਚ ਇੱਕ ਅੱਧਾ ਦਿਨ ਬੁਲਾ ਕੇ ਸਟੂਡੈਂਟ ਨੂੰ ਉੱਥੇ ਪੜ੍ਹਾ ਸਕਦੇ ਨੇ। ਪਰ ਜਿਨ੍ਹਾਂ ਦੀ ਸਟੱਡੀ ਲੈਬ ਨਾਲ ਰਿਲੇਟਡ ਹੀ ਹੈ ਨਹੀਂ, ਜਿਹੜੇ ਆਨਲਾਈਨ ਕਲਾਸਿਸ ਚੱਲਣੀਆਂ ਨੇ, ਉਹ ਸਟੂਡੈਂਟ ਨੂੰ ਉਹ ਅਲਾਓ ਨਹੀਂ ਕਰ ਰਹੇ। ਔਰ ਮੈਨੂੰ ਪਤਾ ਲੱਗਿਆ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸਟੂਡੈਂਟ ਵਾਪਸ ਮੁੜੇ ਨੇ, ਇਹ ਕੁਛ ਫੇਕ ਜਿਹੜੀਆਂ ਲੈਟਰਸ ਨੇ, ਕੋਈ ਯੂਨੀਵਰਸਿਟੀ ਕਾਲਜ ਫੇਕ ਹੈਗੇ ਨੇ ਜਿਹੜੇ ਇੱਥੋਂ ਦੀ ਕੈਨੇਡੀਅਨ ਗੌਰਮੈਂਟ ਤੋਂ ਮਾਨਤਾ ਪ੍ਰਾਪਤ ਨਹੀਂ ਹੈਗੀ, ਉਹਨਾਂ ਨੇ ਉਹ ਲੈਟਰ ਜਾਰੀ ਕਰ ਦਿੱਤੇ ਧੜਾ ਧੜ, ਏਜੰਟਾਂ ਨੇ ਕਰਵਾ ਦਿੱਤੇ। ਠੀਕ ਹੈ, ਉਹ ਜਦੋਂ ਹੁਣ ਬੱਚੇ ਇੱਥੇ ਆਏ ਆ, ਬੱਚੇ ਵਾਪਸ ਮੁੜ ਕੇ ਗਏ, ਦੇਖੋ ਕਿੰਨਾ ਕਿੰਨਾ ਖਰਚਾ ਉਹਨਾਂ ਦਾ ਲੱਗਿਆ, ਉਹ ਗਿਆ। ਹੁਣ ਮੈਨੂੰ ਵੀ ਅੱਜ ਫੋਨ ਆਇਆ ਸੀਗਾ ਕਿ ਸਾਡੇ ਬੱਚੇ ਨੂੰ ਵੀਜ਼ਾ ਮਿਲ ਚੁੱਕਿਆ ਔਰ ਬੱਚਾ ਕੀ ਕਰੇ, ਸਟੱਡੀ ਇੱਥੇ ਕਰ ਲਵੇ ਕਿਆ ਲਵੇ। ਮੈਂ ਇਹੀ ਉਹਨਾਂ ਨੂੰ ਕਿਹਾ ਕਿ ਜਦ ਤੱਕ ਕਾਲਜ ਨਹੀਂ ਚੱਲਦੇ ਤੁਸੀਂ ਆਪਣੇ ਬੱਚੇ ਦੀ ਸਟੱਡੀ ਉੱਥੇ ਕਰਾਓ। ਜੇਕਰ ਬੱਚਾ ਇੱਥੇ ਆਉਂਦਾ ਤਾਂ ਘੱਟੋ ਘੱਟ $1000 ਉਹਦਾ ਸਟਾਰਟਿੰਗ ਇੱਥੇ ਖਰਚਾ ਆ, ਬੇਸਮੈਂਟ ਦਾ, ਗਰੋਸਰੀ ਦਾ ਸਾਰਾ ਪਾ ਕੇ। ਔਰ ਆਉਂਦਿਆਂ ਇਹ ਨਹੀਂ ਹੈਗਾ ਬੱਚੇ ਨੂੰ ਕੰਮ ਮਿਲ ਜਾਣਾ। ਜੇਕਰ ਤੁਹਾਨੂੰ ਉੱਥੇ ਬਚ ਕੇ ਵੀ ਤੁਹਾਡਾ ਬੱਚਾ ਉੱਥੇ ਸਟੱਡੀ ਕਰਕੇ ਜਦੋਂ ਹਾਲਾਤ ਸੁਧਰਦੇ ਨੇ ਤਾਂ ਇੱਥੇ ਆ ਸਕਦਾ। ਨੰਬਰ 1 ਤੇ ਇਹ ਸਟੂਡੈਂਟ ਜਿਨ੍ਹਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਇਹਨਾਂ ਏਜੰਟਾਂ ਦੇ ਧੱਕੇ ਨਾ ਚੜੋ ਔਰ ਕੋਸ਼ਿਸ਼ ਕਰੋ ਕਿ ਆਪਣੀ ਸਟੱਡੀ, ਜਿਹਨੂੰ ਵੀਜ਼ਾ ਮਿਲ ਚੁੱਕਿਆ, ਦੋ ਤਰ੍ਹਾਂ ਦੀ ਆ, ਇੱਕ ਪਹਿਲਾਂ ਅਪਰੂਵਲ ਆਉਂਦੀ ਹੈ ਔਰ ਉਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਆਪਣੀ ਆਨਲਾਈਨ ਸਟੱਡੀ ਸ਼ੁਰੂ ਕਰ ਸਕਦੇ ਹੋ, ਉਸ ਤੋਂ ਬਾਅਦ ਵੀਜ਼ਾ ਆਉਂਦਾ। ਜਿਨ੍ਹਾਂ ਨੂੰ ਅਪਰੂਵਲ ਆਈ ਹੈ, ਮੇਰੀ ਉਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਸਟੱਡੀ ਸ਼ੁਰੂ ਨਾ ਕਰਨ, ਕਿਉਂਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਕਿਤੇ ਕਿਸੇ ਕਾਰਨ ਕਰਕੇ ਉਹਨਾਂ ਦਾ ਜਿਹੜਾ ਵੀਜ਼ਾ ਜੇ ਰਿਫਿਊਜ਼ ਹੋ ਜਾਂਦਾ ਹੈ ਤਾਂ ਜਦੋਂ ਉਹਨਾਂ ਨੇ ਆਨਲਾਈਨ ਸਟੱਡੀ ਸ਼ੁਰੂ ਕਰ ਲਈ ਤਾਂ ਕਾਲਜ ਯੂਨੀਵਰਸਿਟੀ ਨੇ ਉਹਦੀ ਫੀਸ ਵਾਪਸ ਨਹੀਂ ਕਰਨੀ ਜਿਹੜੀ ਉਹਨਾਂ ਨੇ ਫੀਸ ਦੇ ਚੁੱਕੇ ਆ। ਉਹ ਆਪਣੀ ਸਟੱਡੀ ਜੇਕਰ ਸ਼ੁਰੂ ਕਰਨੀ ਹੈ ਤਾਂ ਵੀਜ਼ਾ ਆਉਣ ਤੋਂ ਬਾਅਦ ਹੀ ਕਰਨ, ਜਿਹੜੀ ਇੱਕ ਪਹਿਲਾਂ ਉਹਨਾਂ ਨੂੰ ਅਪਰੂਵਲ ਲੈਟਰ ਆਉਂਦੀ ਹੈ ਉਹਦੇ ਤੇ ਆਪਣੀ ਸਟੱਡੀ ਸ਼ੁਰੂ ਨਾ ਕਰਨ। ਨੰਬਰ 1 ਤੇ ਮੇਰੀ ਇਹ ਸਾਰੇ ਵਿਦਿਆਰਥੀਆਂ ਨੂੰ ਔਰ ਪੰਜਾਬ ਦੇ ਪੇਰੈਂਟਸ ਨੂੰ ਇਹ ਬੇਨਤੀ ਹੈ। ਔਰ ਦੂਜੇ ਨੰਬਰ ਦੇ ਉੱਤੇ ਕੋਸ਼ਿਸ਼ ਕਰੋ ਕਿ ਜਦੋਂ ਸਮੂਥਲੀ ਸਾਰਾ ਕੁਝ ਚੱਲ ਪਵੇ ਤਾਂ ਉਦੋਂ ਬਾਅਦ ਹੀ ਇੱਥੇ ਆਇਆ ਜਾਵੇ, ਆ ਕੇ ਆਪਣਾ ਨਾਂ ਖਰਾਬ ਕੀਤਾ ਜਾਵੇ, ਪੈਸਾ ਨਾ ਖਰਾਬ ਕੀਤਾ ਜਾਵੇ, ਟਾਈਮ ਨਾ ਖਰਾਬ ਕੀਤਾ ਜਾਵੇ। ਇਹੀ ਮੈਂ ਸਾਰੇ ਸਟੂਡੈਂਟ ਨੂੰ, ਸਾਰੇ ਪੇਰੈਂਟਸ ਨੂੰ ਪੰਜਾਬ ਦੇ ਵਿੱਚ ਬੇਨਤੀ ਕਰਨੀ ਚਾਹਾਂਗਾ। ਜਿਹੜੀ ਤੁਸੀਂ ਸਿੱਧੂ ਸਾਹਿਬ ਗੱਲ ਕੀਤੀ ਹੈ ਵੀ ਕੁਛ ਜਿਹੜੇ ਫੇਕ ਯੂਨੀਵਰਸਿਟੀਆਂ ਜਾਂ ਕਾਲਜ ਹੈ ਉਹਨਾਂ ਨੇ ਉਹ ਬਣਾ ਕੇ ਦਿੱਤੇ ਆ, ਜਾਂ ਉਹ ਜਿਹੜੇ ਪੇਪਰ ਉਹਨਾਂ ਨੇ ਏਜੰਟਸ ਨੇ ਮੰਗੇ ਉੱਥੇ, ਇਹ ਉਹਨਾਂ ਨੇ ਇੱਕ ਪ੍ਰੈਕਟੀਕਲ ਵਰਡ, ਇੱਕ ਇੰਡੀਵਿਜੂਅਲ ਵਰਡ ਇੱਕ ਉਹਦੇ ਵਿੱਚ ਲਿਖਿਆ ਲੈਟਰ ਦੇ ਵਿੱਚ ਵੀ ਫਿਜ਼ੀਕਲੀ ਤੁਸੀਂ ਇੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ। ਇਹ ਬੱਚੇ ਨੂੰ ਇੱਕ ਲੈਟਰ ਇੱਥੋਂ ਕਾਲਜ ਵੱਲੋਂ ਇਸ਼ੂ ਕੀਤਾ ਜਾਂਦਾ। ਉਹ ਕਿੰਨਾ ਕੁ ਸਾਰਥਕ ਆ ਕਿ ਵਾਕਈ ਬੱਚਿਆਂ ਨੂੰ ਇੱਥੇ ਫਿਜ਼ੀਕਲੀ ਇਹ ਕਲੀਅਰ ਕਰ ਦਿਓ ਪਲੀਜ਼। ਤੁਸੀਂ ਅੱਗੇ ਵੀ ਕਾਫੀ ਇਹਦੇ ਵਿੱਚ ਚਾਨਣਾ ਪਾਤਾ, ਇਹ ਕਲੀਅਰ ਕਰੋ ਪਲੀਜ਼ ਸਾਰੇ ਬੱਚਿਆਂ ਨੂੰ, ਕਿਉਂਕਿ ਡੇਲੀ ਪੋਸਟ ਦੇ ਵਿੱਚ ਬਹੁਤ ਸਾਰੇ ਦਰਸ਼ਕ ਜਿਹੜੇ ਸਾਡੇ ਕੈਨੇਡਾ ਦੀਆਂ ਖਬਰਾਂ ਸਪੈਸ਼ਲ ਤੌਰ 'ਤੇ ਸੁਣਦੇ ਆ, ਉਹਨਾਂ ਨੂੰ ਇਹ ਗੱਲ ਦੱਸੋ ਵੀ ਫਿਜ਼ੀਕਲ ਇੱਥੇ ਜਿਹੜੀ ਹੈ ਕਾਲਜਾਂ ਦੇ ਵਿੱਚ ਹਾਜ਼ਰੀ ਸ਼ੁਰੂ ਹੋ ਗਈ ਹੈ ਜਾਂ ਨਹੀਂ ਹੋਈ। ਮੈਂ ਗੱਲ ਸਾਫ਼ ਤੇ ਸਪਸ਼ਟ ਕਰਦਿਆਂ, ਅਜੇ ਤੱਕ ਕਿਸੇ ਕਾਲਜ, ਕਿਸੇ ਯੂਨੀਵਰਸਿਟੀ ਦੇ ਵਿੱਚ ਫਿਜ਼ੀਕਲ ਜਿਹੜੀ ਹਾਜ਼ਰੀ ਹੈਗੀ ਆ ਉਹ ਕਿਤੇ ਵੀ ਸ਼ੁਰੂ ਨਹੀਂ ਹੋਈ। ਕਿਤੇ ਵੀ ਕੋਈ ਸਟੂਡੈਂਟ ਜਿਹੜਾ ਹੈਗਾ ਫਿਜ਼ੀਕਲ ਨਹੀਂ ਜਾ ਰਿਹਾ, ਸਿਰਫ ਤੇ ਸਿਰਫ ਆਨਲਾਈਨ ਕਲਾਸਿਸ ਜਿਹੜੀਆਂ ਲੱਗ ਰਹੀਆਂ। ਔਰ ਦੂਜੇ ਨੰਬਰ ਦੇ ਉੱਤੇ ਜਿਹੜੀਆਂ ਕੋਈ ਲੈਟਰ ਜਾਰੀ ਕੀਤੀਆਂ ਜਾ ਰਹੀਆਂ ਨੇ ਏਜੰਟਾਂ ਦੇ ਔਰ ਕੁਝ ਪ੍ਰਾਈਵੇਟ ਕਾਲਜਾਂ ਦੀ ਮਿਲੀ ਭੁਗਤ ਦੇ ਨਾਲ, ਉਹ ਲੈਟਰਾਂ ਸਿਰਫ ਇਸ ਬੇਸ ਤੇ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਉਹ ਇੰਟਰਨੈਟ ਦੀ ਸੁਵਿਧਾ ਹੈ ਨਹੀਂ ਜੀ ਉੱਥੇ, ਇਹ ਆ ਉਹ ਆ। ਔਰ ਜਦੋਂ ਇੱਥੇ ਉਹ ਬੱਚੇ ਉਤਰਦੇ ਨੇ ਆ ਕੇ ਤਾਂ ਉਹਨਾਂ ਨੂੰ ਜਦੋਂ ਉਹਨਾਂ ਦੇ ਕੁਐਸਚਨਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ ਤਾਂ ਫਿਰ ਉਹਨਾਂ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ। ਔਰ ਮੈਂ ਦੇਖਿਆ ਕਿ ਪਿਛਲੇ ਸਮੇਂ ਦੌਰਾਨ ਬੱਚੇ ਵਾਪਸ ਮੁੜ ਰਹੇ ਨੇ ਔਰ ਅਜੇ ਕੋਈ ਸਿਸਟਮ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਮੈਂ ਇਹੀ ਅਪੀਲ ਕਰੂੰਗਾ ਕਿ ਤੁਹਾਨੂੰ ਗੌਰਮੈਂਟ ਨੇ ਮੌਕਾ ਦਿੱਤਾ ਕਿ ਤੁਸੀਂ ਉੱਥੇ ਬੈਠ ਕੇ ਸਟੱਡੀ ਕਰ ਸਕਦੇ ਹੋ ਔਰ ਤੁਹਾਡਾ ਪੀਰੀਅਡ ਜਿਹੜਾ ਹੈਗਾ ਉਹ ਕਾਊਂਟ ਹੋਣਾ ਹੀ ਹੋਣਾ ਵਿੱਚ, ਠੀਕ ਹੈ ਨਾ ਗੱਲ। ਤੁਸੀਂ ਇਸ ਗੱਲ ਦੀ ਵਰੀ ਨਾ ਕਰੋ ਕਿ ਤੁਸੀਂ ਉੱਥੇ ਸਟੱਡੀ ਕਰ ਲਈ ਤੇ ਕੱਲ੍ਹ ਨੂੰ ਤੁਹਾਨੂੰ ਇੱਥੇ ਆਉਣ ਹੀ ਨਹੀਂ ਦੇਣਗੇ। ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਤੁਹਾਡਾ ਇੱਕ ਸਮੈਸਟਰ ਜੇ ਉੱਥੇ ਕੰਪਲੀਟ ਹੋ ਜਾਊਗਾ ਤੇ ਬਾਕੀ ਰਹਿੰਦੇ ਜਿਹੜੇ ਸਮੈਸਟਰ 3 ਜਾਂ 4 ਸਮੈਸਟਰ ਨੇ ਉਹ ਤੁਸੀਂ ਇੱਥੇ ਆ ਕੇ ਵੀ ਕੰਪਲੀਟ ਕਰ ਸਕਦੇ ਹੋ। ਔਰ ਤੁਹਾਡਾ ਪੀਰੀਅਡ ਜਦੋਂ ਵਰਕ ਪਰਮਿਟ ਤੁਹਾਨੂੰ ਮਿਲਣਾ ਹੈ ਬਕਾਇਦਾ ਤੌਰ ਤੇ ਤੁਹਾਡਾ ਉਹਦੇ ਵਿੱਚ ਉਹ ਕਾਊਂਟ ਹੋਣਾ ਹੈ। ਦਰਸ਼ਕੋ, ਆਪਾਂ ਗੱਲਬਾਤ ਕੀਤੀ ਸਰਦਾਰ ਜਸਵਿੰਦਰ ਸਿੰਘ ਸਿੱਧੂ, ਜਿਹੜੇ ਕਿ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਨੇ, ਅੱਜ ਕੱਲ੍ਹ ਇੱਥੇ ਕੈਨੇਡਾ ਦੇ ਵਿੱਚ ਨੇ, ਸਰੀ ਦੇ ਵਿੱਚ ਸਾਡੇ ਕੋਲ ਨੇ। ਆਪਾਂ ਕਾਫੀ ਕੁਛ ਗੱਲਾਂ ਇਹਨਾਂ ਕੋਲੋਂ ਸਪਸ਼ਟ ਕੀਤੀਆਂ ਵੀ ਕਿਹੜੇ ਕਿਹੜੇ ਬੱਚੇ ਇੱਥੇ ਆ ਸਕਦੇ ਨੇ, ਕਿਹੜੇ ਕਿਹੜੇ ਬੱਚਿਆਂ ਕੋਲ ਜਿਹੜੀਆਂ
ਇੱਥੇ ਜਿਹੜੀਆਂ ਉਹ ਲੈਟਰਾਂ ਆਈਆਂ ਜਾਂ ਉਹਨਾਂ ਕੋਲ ਕੋਈ ਯੂਨੀਵਰਸਿਟੀਆਂ ਦੇ ਪੇਪਰ ਆਏ ਤੇ ਉਹਨਾਂ ਨੇ ਉੱਥੋਂ ਟਿਕਟ ਲਈ ਤੇ ਇੱਥੇ 에ਅਰਪੋਰਟ ਤੇ ਪਹੁੰਚੇ ਔਰ ਇੱਥੇ ਜਿਹੜੀ ਆ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਨੇ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ। ਵਾਪਸ ਉਹਨੇ ਫਲਾਈਟਾਂ ਦੇ ਵਿੱਚ ਟਿਕਟਾਂ ਲੈ ਕੇ ਵਾਪਸ ਇੰਡੀਆ ਨੂੰ ਡਿਪੋਰਟ ਕੀਤਾ। ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਅੱਜ ਸਪਸ਼ਟੀਕਰਨ ਲਿਆ ਆ ਸਿੱਧੂ ਸਾਹਿਬ ਹੁਣਾਂ ਕੋਲੋਂ। ਨਾਲੇ ਗੱਲਬਾਤ ਕੀਤੀ ਹੈ ਜਿਹੜੇ ਪਿਛਲੇ ਦਿਨੀ ਇੱਥੇ ਇੱਕ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਕਤਲ ਹੋ ਗਿਆ ਸੀ, ਉਹਦੀ ਇਨਸਾਫ ਦੀ ਗੱਲ ਸਾਡੀ ਕਮਿਊਨਿਟੀ ਦੇ ਵਿੱਚ ਅੱਜ ਵੀ ਹੋ ਰਹੀ ਹੈ ਔਰ ਅਸੀਂ ਇਹ ਆਸ ਕਰਦੇ ਹਾਂ ਕਿ ਜਿਹੜੀ ਇਹ ਆਵਾਜ਼ ਉੱਠੀ ਹੋਈ ਹੈ ਸਾਡੀ ਪੰਜਾਬੀ ਕਮਿਊਨਿਟੀ ਵੱਲੋਂ ਕਿ ਉਸ ਕਤਲ ਹੋਏ ਵਿਦਿਆਰਥੀ ਦਾ ਸਾਨੂੰ ਉਸ ਵਿਦਿਆਰਥੀ ਦਾ ਜਿਹੜਾ ਇਨਸਾਫ ਮਿਲੇ। ਇਸੇ ਮੁੱਦੇ ਦੇ ਨਾਲ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਇੱਥੇ? ਮੈਂ ਇੱਕ ਨਾ ਛੋਟਾ ਜਿਹਾ ਇੱਕ ਸਾਡੀ ਜਿਹੜੀ ਵਿਦਿਆਰਥੀ ਆ ਉਹਨਾਂ ਨੂੰ ਮੈਸੇਜ ਜ਼ਰੂਰ ਦੇਣਾ ਚਾਹਣਾ ਕਿ ਜਦੋਂ ਇਦਾਂ ਦੀ ਕੋਈ ਟ੍ਰੈਜਡੀ ਵਾਪਰਦੀ ਆ, ਪਿਛਲੇ ਸਮੇਂ ਦੌਰਾਨ ਇਹ ਸੂਰਜਦੀਪ ਦਾ ਹੋਇਆ, ਉਸ ਤੋਂ ਬਾਅਦ ਜਦੋਂ ਸਾਡੇ ਬੱਚੇ ਕਿਤੇ ਝੀਲਾਂ ਦੇ ਉੱਤੇ ਜਾਂਦੇ ਨੇ ਤਾਂ ਉੱਥੇ ਵੀ ਸਾਡੇ ਸਾਹਮਣੇ ਆਇਆ ਕਿ ਕਿੰਨੇ ਬੱਚੇ ਸਾਡੇ ਜਿਹੜੇ ਮਾਂ-ਪਿਓ ਨੇ ਬੜੇ ਚਾਵਾਂ ਦੇ ਨਾਲ ਭੇਜੇ ਸੀਗੇ, ਪੈਸੇ ਖਰਚ ਕੇ ਭੇਜੇ ਸੀਗੇ, ਉਹਨਾਂ ਦੀ ਜਦੋਂ ਡੈਥ ਹੁੰਦੀ ਆ ਤੇ ਜਦੋਂ ਡੈੱਡ ਬੋਡੀਆਂ ਜਾਂਦੀਆਂ ਨੇ ਤੇ ਬੜਾ ਦੁੱਖ ਹੁੰਦਾ। ਔਰ ਮੈਂ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਜਦੋਂ ਇਦਾਂ ਦੀਆਂ ਥਾਵਾਂ ਤੇ ਜਾਂਦੇ ਨੇ ਤੇ ਜ਼ਰੂਰ ਆਪਣਾ ਖਿਆਲ ਰੱਖਣ, ਆਪਣੇ ਪਿੱਛੇ ਮਾਂ-ਪਿਓ ਦਾ ਖਿਆਲ ਰੱਖਣ, ਇਸੇ ਤਰ੍ਹਾਂ ਦੇ ਹਾਲਾਤ ਨਾ ਪੈਦਾ ਕਰਨ ਕਿ ਉਹਨਾਂ ਨੂੰ ਇਸ ਦੌਰ ਦੇ ਵਿੱਚੋਂ ਗੁਜ਼ਰਨਾ ਪਵੇ। ਔਰ ਇਹ ਛੋਟੀ ਅਣਗਹਿਲੀ ਜਿਹੜੀ ਹੈਗੀ ਉਹ ਸਾਡੀ ਜਾਨ ਦਾ ਜਿਹੜਾ ਖੌਅ ਬਣ ਜਾਂਦੀ ਆ। ਔਰ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਇਹ ਭਾਣਾ ਵਾਪਰਦਾ ਹੈ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਉਸ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਜਦੋਂ ਇੰਡੀਆ ਭੇਜਣੀ ਹੁੰਦੀ ਆ ਤਾਂ ਉਹਦੇ ਵਾਸਤੇ ਖਰਚਾ ਆਉਂਦਾ, ਪਿੱਛੇ ਪੇਰੈਂਟਸ ਨੂੰ ਵੀ ਲੋੜ ਹੁੰਦੀ ਹੈ। ਨੰਬਰ 1 ਤੇ ਆਪਣੀ ਇੰਸ਼ੋਰੈਂਸ ਜਿਹੜੀ ਹੈਗੀ ਆ ਮਸਟ ਜਿਹੜੀ ਤੁਸੀਂ ਆਪਣੀ ਰੱਖੋ। ਔਰ ਦੂਜੇ ਨੰਬਰ ਦੇ ਉੱਤੇ ਮੈਂ ਆਲ ਸਟੂਡੈਂਟਸ ਜਿੰਨੇ ਇੱਥੇ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਆਪਣੀ ਇੱਕ ਕੈਨੇਡੀਅਨ ਪੱਧਰ ਤੇ ਜਾਂ ਸਟੇਟ ਪੱਧਰ ਤੇ ਲੈ ਲਓ, ਇੱਕ ਆਪਦੀ ਯੂਨਿਟੀ ਜਿਹੜੀ ਹੈਗੀ ਆ ਯੂਨੀਅਨ ਤੌਰ ਤੇ ਉਹ ਜ਼ਰੂਰ ਬਣਾਉਣ ਕਿ ਜਦੋਂ ਵੀ ਕਿਸੇ ਸਟੂਡੈਂਟਸ ਦੇ ਨਾਲ ਕਿਤੇ ਛੋਟੀ ਜਿਹੀ ਵੀ ਗੱਲ ਬਣਦੀ ਹੈ ਤਾਂ ਜਦੋਂ ਉਹ ਸਾਰੇ ਇਕੱਠੇ ਹੋ ਕੇ ਕਰਦੇ ਵੀ ਨੇ, ਪਹਿਲਾਂ ਉਹਦਾ ਸਾਹਮਣਾ ਵੀ ਕਰਦੇ ਨੇ, ਪਰ ਆਪਾਂ ਜਦੋਂ ਸਾਰੇ ਯੂਨਿਟੀ ਤੌਰ ਤੇ ਆਪਾਂ ਹੋਵਾਂਗੇ ਤਾਂ ਸਾਡੇ ਵਾਸਤੇ ਉਹ $10 ਪਾ ਕੇ ਵੀ ਅਸੀਂ ਬਹੁਤ ਵੱਡੀ ਮਦਦ, ਲੱਖਾਂ ਦੀ ਗਿਣਤੀ ਸਟੂਡੈਂਟ ਇੱਥੇ ਬੈਠੇ ਨੇ, ਅਸੀਂ ਬਹੁਤ ਵੱਡੀ ਹੈਲਪ ਜਿਹੜੀ ਹੈਗੀ ਆ ਆਪਣੇ ਨਾਲ ਦੇ ਬੱਚਿਆਂ ਦੀ ਕਰ ਸਕਦੇ ਹਾਂ। ਔਰ ਉਹਦੇ ਵਾਸਤੇ ਵੀ ਉਹ ਯੂਨਾਈਟ ਹੋਣ ਔਰ ਅਸੀਂ ਟੋਟਲ ਇੱਥੋਂ ਦੇ ਜਿਹੜੇ ਕੈਨੇਡੀਅਨ ਭਾਈਚਾਰਾ ਠੀਕ ਹੈ ਇਹਨਾਂ ਸਟੂਡੈਂਟਸ ਨੂੰ ਦਿਲ ਤੋਂ ਵੈਲਕਮ ਕਰਦੇ ਹਾਂ, ਜੀ ਆਇਆਂ ਆਖਦੇ ਹਾਂ। ਇਹਨਾਂ ਨੂੰ ਜਿੱਥੇ ਵੀ ਕਿਤੇ ਕੋਈ ਲੋੜ ਹੈਗੀ ਆ ਉਹ ਅਸੀਂ ਇਹਨਾਂ ਦੇ ਨਾਲ ਖੜਾਂਗੇ। ਔਰ ਆਪਣੀ ਸਾਰੀ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਆ ਇਹਨਾਂ ਨੂੰ ਆਪਣੇ ਗੱਲ ਨਾਲ ਲਾਓ। ਇਹ ਪੰਜਾਬ ਦੇ ਹਾਲਾਤਾਂ ਦੇ ਧੱਕੇ ਹੋਏ ਇਸ ਕੰਟਰੀ ਦੇ ਵਿੱਚ ਆਏ ਨੇ ਔਰ ਅਸੀਂ ਵੀ ਕਿਸੇ ਸਮੇਂ ਇੱਥੇ ਆਏ ਸੀਗੇ ਔਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਆਪਣੇ ਗੱਲ ਨਾਲ ਲਾਈਏ ਔਰ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਜਿਹੜਾ ਹੈਗਾ ਦਈਏ ਤਾਂ ਜੋ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਕੈਨੇਡਾ ਦਾ ਉਹਦੇ ਵਿੱਚ ਇਹ ਵੱਡਾ ਯੋਗਦਾਨ ਪਾ ਸਕਣ। ਦਰਸ਼ਕੋ ਗੱਲਬਾਤ ਕੀਤੀ ਪਿਆ ਜਸਵਿੰਦਰ ਸਿੰਘ ਸਿੱਧੂ ਹੋਣਾ ਨੇ ਨਾ, ਜਿਨ੍ਹਾਂ ਨੇ ਸਾਰੀ ਗੱਲਬਾਤ ਕਲੀਅਰ ਕੀਤੀ ਆ। ਔਰ ਜਿਹੜੇ ਬੱਚੇ ਨਵੇਂ ਆ ਰਹੇ ਆ, ਜਿਹੜੇ ਬੱਚਿਆਂ ਕੋਲ ਵੀਜ਼ੇ ਹੈਗੇ ਆ, ਜਿਨ੍ਹਾਂ ਨੇ ਲੀਗਲੀ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਆਉਣਾ, ਉਹਨਾਂ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਆ। ਇੱਕ ਤਾਂ ਇਹਨਾਂ ਨੇ ਗੱਲ ਕੀਤੀ ਵੀ ਸੂਰਜਦੀਪ ਸਿੰਘ ਦਾ ਜਿਹੜਾ ਪਿਛਲੇ ਦਿਨੀ ਕਤਲ ਹੋਇਆ ਉਹਦਾ ਇਹ ਆਸ ਕਰਦੇ ਆ ਵੀ ਜਲਦ ਤੋਂ ਜਲਦ ਕੈਨੇਡਾ ਸਰਕਾਰ ਉਹਦਾ ਇਨਸਾਫ ਦੇਵੇ। ਜਿਹੜੇ ਉਹਦੇ ਕਾਤਲ ਸੀ ਉਹਨਾਂ ਨੂੰ ਫੜਿਆ ਜ਼ਰੂਰ ਗਿਆ, ਉਹਨਾਂ ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ। ਦੂਜੀ ਗੱਲ ਇਹਨਾਂ ਨੇ ਕੀਤੀ ਹੈ ਵੀ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਜਿਨ੍ਹਾਂ ਕੋਲ ਲੈਟਰਸ ਗਈਆਂ ਯੂਨੀਵਰਸਿਟੀਜ਼ ਦੀਆਂ, ਕਾਲਜ ਦੀਆਂ, ਉਹ ਵੀ ਮੇਕ ਸ਼ੋਰ ਕਰ ਲੈਣ, ਉਹ ਕਨਫਰਮ ਕਰ ਲੈਣ ਚੰਗੀ ਤਰ੍ਹਾਂ ਵੀ ਇੱਥੇ ਹਜੇ ਤੱਕ ਕੋਈ ਵੀ ਫਿਜ਼ੀਕਲੀ ਅਟੈਂਡੈਂਸ ਲੱਗਣੀ ਕਿਸੇ ਵੀ ਕਾਲਜ ਵਿੱਚ ਸ਼ੁਰੂ ਨਹੀਂ ਹੋਈ, ਬਜਾਏ ਕੁਛ ਕੋਰਸਿਸ ਦੇ, ਕੁਛ ਲੈਬ ਕੋਰਸਿਸ ਨੇ, ਕੋਈ ਕੁਛ ਨੇ ਜਿਹੜੇ ਬਹੁਤ ਜ਼ਰੂਰੀ ਨੇ, ਜਿਹੜੇ ਸਾਇੰਸ ਦੇ ਵਿਦਿਆਰਥੀ ਨੇ ਜਾਂ ਜਿਹੜੇ ਇੱਥੇ ਵਿਦਿਆਰਥੀ ਜਿਨ੍ਹਾਂ ਦਾ ਇੱਥੇ ਆਉਣਾ ਅਤ ਜ਼ਰੂਰੀ ਹੈ, ਉਹ ਯੂਨੀਵਰਸਿਟੀਜ਼ ਵੱਲੋਂ ਇੱਕ ਪਰਫੈਕਟ ਤਰੀਕੇ ਦੇ ਨਾਲ ਇੱਕ ਲੈਟਰ ਇਸ਼ੂ ਕੀਤਾ ਜਾਂਦਾ ਹੈ ਜਿਹੜਾ CBSE ਕੋਲ ਵੀ ਜਾਂਦਾ ਹੈ, ਜਿਹੜਾ ਤੁਹਾਡੇ ਕੋਲ ਵੀ ਆਉਂਦਾ ਹੈ, ਉਹਦੇ ਆਧਾਰ 'ਤੇ ਹੀ ਉੱਥੋਂ ਫਲਾਈਟ ਲੈ ਕੇ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਹੋ। ਆਸ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲੋਂ ਇੱਥੋਂ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਡੇਲੀ ਪੋਸਟ ਪੰਜਾਬੀ ਕੈਨੇਡਾ ਦੇ ਨਾਲ ਤੁਸੀਂ ਜੁੜੇ ਰਹੋਗੇ। ਸਿਮਰਨਜੀਤ ਸਿੰਘ ਲਵਲੀ, ਕੈਮਰਾਮੈਨ ਭੁਪਿੰਦਰ ਸਿੰਘ ਰੂਪਰਾ ਦੇ ਨਾਲ, ਸਰੀ BC।